हाँ जी स्टूडेंट्स, टुडे वी विल स्टार्ट 7th चैप्टर। चैप्टर का नेम है बेटा कोऑपरेटिव सोसाइटीज़। ठीक है, फस्ट ऑफ ऑल वी विल डिस्कस द मीनिंग। ਜਿਹੜੀਆਂ मैं अंडरलाइन किया होया ਜਾਂ ब्रैकेट्स बनाई हुई है बेटा तुसी इन्ना ही लर्न करना। द कोऑपरेटिव सोसाइटी ਜਾਂ कोऑपरेटिव सोसाइटी इज़ अ वॉलंटरी एसोसीएशन ऑफ पर्सनस who join their hands together to protect their economic interest। कोऑपरेटिव सोसाइटी ਅਸੀਂ ਇੱਕ ਵੋਲੰਟਰੀ ਐਸੋਸੀਏਸ਼ਨ ਨੂੰ ਕਹਿ ਦਿੰਦੇ ਹਾਂ। ਵੋਲੰਟਰੀ ਹੁੰਦਾ ਆਪਣੇ ਆਪ ਆ ਕੇ ਅੱਗੇ ਜੁੜਨਾ। ਠੀਕ ਆ, ਵੋਲੰਟਰੀ ਐਸੋਸੀਏਸ਼ਨ ਹੋ ਕਿਹਨਾਂ ਦੀ ਰਹੀ ਹੈ? ਪਰਸਨਸ ਦੀ, ਇਨਸਾਨਾਂ ਦੀ। who join their hands together ਜਿਹੜੇ ਕਿ ਇਕੱਠੇ ਹੋ ਕੇ ਕੀ ਕਰਦੇ ਨੇ? to protect their economic interest, ਮਤਲਬ ਆਪਦੇ ਆਰਥਿਕ ਜਿਹੜੇ ਹਿੱਤ ਨੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ। the basic principles behind the cooperative society are all for each and each for all and self help through mutual help। ਹੁਣ ਦੇਖੋ ਇਹਦੀ ਇੱਕ ਆਪਾਂ ਸਿੰਪਲ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਕੋਆਪਰੇਟਿਵ ਸੁਸਾਇਟੀ ਦੇ ਨੂੰ ਚਲਾਉਣ ਦਾ ਮੇਨ ਕਹਿੰਦੇ ਮੋਟਿਵ ਹੈ ਕਿ ਇੱਕ ਬੰਦਾ ਸਾਰਿਆਂ ਲਈ ਤੇ ਸਾਰੇ ਬਾਕੀਆਂ ਲਈ। ਠੀਕ ਆ, ਹੁਣ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਅਸੀਂ ਆਪਦੀ ਹੈਲਪ ਕਰਨੀ ਆ ਥਰੂ ਮਿਊਚੁਅਲ ਹੈਲਪ, ਮਤਲਬ ਬਾਕੀਆਂ ਦੀ ਵੀ ਹੈਲਪ ਹੋ ਜਾਏ ਤੇ ਸਾਡੀ ਵੀ। ਹੁਣ ਇਹਦੇ ਲਈ ਆਪਾਂ ਜਿਵੇਂ ਕੋਆਪਰੇਟਿਵ ਸੁਸਾਇਟੀ ਆਪਣੇ ਪਿੰਡਾਂ ਦੇ ਵਿੱਚ ਵੀ ਹੁੰਦੀ ਆ। ਠੀਕ ਆ, ਤਾਂ ਉੱਥੇ ਕੀ ਹੁੰਦਾ, ਜਿਵੇਂ ਫਾਰਮਰਸ ਨਾਲ ਰਿਲੇਟਡ ਹੁੰਦੀ ਆ, ਉੱਥੇ ਕਾਫੀ ਸਾਰਾ ਸਮਾਨ ਹੁੰਦਾ ਵਾ, ਉਹਦੇ ਵਿੱਚ ਉਹੀ ਲੋਕ ਯੂਜ਼ ਕਰਦੇ ਆ ਜਿਹੜੇ ਉਹਦੇ ਮੈਂਬਰ ਹੁੰਦੇ ਆ, ਤਾਂ ਉਹਨੂੰ ਅਸੀਂ ਕੋਆਪਰੇਟਿਵ ਸੁਸਾਇਟੀ ਬੋਲਦੇ ਹਾਂ। The cooperative society is registered under Cooperative Society Act 1912 ਔਰ ਅਦਰ ਸਟੇਟ ਕੋਆਪਰੇਟਿਵ ਐਕਟਸ। ਹੁਣ ਕੋਆਪਰੇਟਿਵ ਸੁਸਾਇਟੀ ਨੂੰ ਦੀ ਰਜਿਸਟ੍ਰੇਸ਼ਨ ਹੋਣੀ ਬਹੁਤ ਜ਼ਰੂਰੀ ਆ। ਇਹਦੇ ਨਾਲ ਰਿਲੇਟਡ ਇੱਕ ਐਕਟ ਆ ਜਿਹਨੂੰ ਬੋਲਦੇ ਆ ਕੋਆਪਰੇਟਿਵ ਸੁਸਾਇਟੀ ਐਕਟ 1912, ਜਾਂ ਹੋਰ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਜਿਵੇਂ ਪੰਜਾਬ ਸਟੇਟ ਆ ਜਾਂ ਹਰਿਆਣਾ ਸਟੇਟ ਆ, ਉਹਨਾਂ ਦੀ ਅਲੱਗ ਤੋਂ ਵੀ ਜੇ ਐਕਟ ਬਣਿਆ ਤਾਂ ਉਹਦੇ ਅੰਡਰ ਉਹਦੀ ਰਜਿਸਟ੍ਰੇਸ਼ਨ ਹੁੰਦੀ ਆ। ਇਹਦੇ ਵਿੱਚ ਆਪਾਂ ਇਹਦੀ ਜਿਹੜੀ ਫਸਟ ਵਾਲੀ ਡੈਫੀਨੇਸ਼ਨ ਆ ਉਹ ਕਰਦੇ ਹਾਂ। As per Section 4 of Indian Cooperative Societies Act 1912, the society which has its objective the promotion of economic interests of its members in accordance with the cooperative principle। ਸੋ ਇਹ ਉਹ ਸੁਸਾਇਟੀ ਆ ਜਿਹਦੇ ਆਪਦੇ ਆਬਜੈਕਟਿਵ ਹੁੰਦੇ ਆ ਤੇ ਜਿਹੜੇ ਕਾਹਦੇ ਲਈ ਕੰਮ ਕਰਦੇ ਆ? ਪ੍ਰਮੋਟ ਕਰਨ ਦੇ ਲਈ, ਮਤਲਬ ਆਪਦੇ ਇਕਨੋਮਿਕ ਮਤਲਬ ਆਰਥਿਕ ਹਿੱਤ ਨੂੰ ਪ੍ਰਮੋਟ ਕਰਨ ਦੇ ਲਈ ਮੈਂਬਰ ਇਕੱਠੇ ਹੋ ਕੇ ਕੰਮ ਕਰਦੇ ਆ, ਇੱਕ ਦੂਜੇ ਦੀ ਹੈਲਪ ਕਰਦੇ ਆ। ਠੀਕ ਆ, ਹੁਣ ਦੇਖੋ ਅੱਜ ਆਪਾਂ ਇਹਦੇ ਵਿੱਚ ਇਹਦੀਆਂ ਕੁਛ ਫੀਚਰਸ ਨੇ, ਕੁਛ ਪੁਆਇੰਟ ਜਿਹੜੇ 5 ਔਰ 6 ਪੁਆਇੰਟਸ ਆਪਾਂ ਡਿਸਕਸ ਕਰਦੇ ਹਾਂ। ਫਸਟ ਵਨ ਹੈਗੀ ਆ ਵੋਲੰਟਰੀ ਮੈਂਬਰਸ਼ਿਪ। ਕੋਆਪਰੇਟਿਵ societies are voluntary association of persons who join their hands together to protect their economic interest। ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ, ਵੋਲੰਟਰੀ ਐਸੋਸੀਏਸ਼ਨ ਹੁੰਦੀਆਂ ਨੇ ਲੋਕਾਂ ਦੀਆਂ ਜਿਹੜੇ ਇਕੱਠੇ ਹੋ ਕੇ ਆਪਦੇ ਇਕਨੋਮਿਕ ਹਿੱਤਾਂ ਦੇ ਲਈ ਕੰਮ ਕਰਦੇ ਆ। Here a person is free to join or leave the cooperative society as and when he likes। ਇਹਦੇ ਵਿੱਚ ਕੋਈ ਪਰਸਨ ਜਦੋਂ ਮਰਜ਼ੀ ਚਾਹੇ ਇਹਦਾ ਮੈਂਬਰ ਬਣ ਸਕਦਾ ਤੇ ਜਦੋਂ ਮਰਜ਼ੀ ਚਾਹੇ ਆਪਦਾ ਜਿਹੜੀ ਮੈਂਬਰਸ਼ਿਪ ਆ ਉਹਦੇ ਵਿੱਚੋਂ ਕੱਢ ਸਕਦਾ। ਠੀਕ ਆ, there is no compulsion for him to join or leave the society। ਇਹਦੇ ਵਿੱਚ ਕੋਈ ਕੰਪਲਸ਼ਨ ਨਹੀਂ ਹੈ ਵੀ ਉਹ ਜੁਆਇਨ ਕਰੇ ਜਾਂ ਛੱਡੇ। ਠੀਕ ਆ, if any member want to leave the society then he will have to give proper notice before leaving it। ਸੋ ਜੇ ਕੋਈ ਪਰਸਨ ਚਾਹੁੰਦਾ ਵਾ ਕਿ ਮੈਂ ਸੁਸਾਇਟੀ ਦੇ ਵਿੱਚੋਂ ਨਿਕਲਣਾ ਵਾ ਜਾਂ ਆਪਦੀ ਮੈਂਬਰਸ਼ਿਪ ਬੰਦ ਕਰਨੀ ਆ ਤਾਂ ਉਹਨੂੰ ਪ੍ਰੋਪਰ ਨੋਟਿਸ ਦੇਣਾ ਪੈਂਦਾ। ਇਨ ਕੇਸ ਕੰਜ਼ਿਊਮਰ ਕੋਆਪਰੇਟਿਵਸ, ਹੁਣ ਦੇਖੋ ਜਿਹੜੀਆਂ ਇਹਨਾਂ ਨੇ ਨੀਚੇ ਐਗਜ਼ਾਮਪਲ ਦਿੱਤੀ ਹੋਈ ਆ ਇੱਕ ਪੈਰਾਗ੍ਰਾਫ ਹੈ, ਇਹ ਤੁਸੀਂ ਨਾ ਕਰਿਓ। ਉਹਦਾ ਰੀਜ਼ਨ ਇਹ ਆ ਕਿਉਂਕਿ ਜਿਹੜੀਆਂ ਇੱਥੇ ਸੁਸਾਇਟੀਜ਼ ਦੇ ਨੇਮ ਲਿਖਿਆ ਉਹ ਆਪਾਂ ਅੱਗੇ 1 by 1 ਡਿਸਕਸ ਕਰਨੀਆਂ। ਸੋ ਉੱਪਰ ਵਾਲਾ ਜਿਹੜਾ ਪੈਰਾਗ੍ਰਾਫ ਆ ਵੋਲੰਟਰੀ ਮੈਂਬਰਸ਼ਿਪ ਲਈ ਉਹ ਕੀ ਆ? ਸਫੀਸ਼ੀਐਂਟ ਆ। ਸੋ ਦੈਟ ਮੀਨਸ ਮਤਲਬ ਤੁਸੀਂ ਇੰਨਾ ਹੀ ਲਰਨ ਕਰ ਲਿਓ। ਠੀਕ ਆ, ਹੁਣ ਆਪਾਂ ਸੈਕਿੰਡ ਪੁਆਇੰਟ ਕਰਦੇ ਹਾਂ ਡੈਮੋਕ੍ਰੈਟਿਕ ਮੈਨੇਜਮੈਂਟ। ਡੈਮੋਕ੍ਰੈਟਿਕ ਹੁੰਦਾ ਲੋਕਤੰਤਰੀ ਤਰੀਕੇ ਦੇ ਨਾਲ ਚੁਣਨਾ। ਠੀਕ ਆ, the management of a cooperative society is always elected in a democratic way। a body of persons are elected by the members to conduct and control day to day working of the society। ਜਿਹੜੀ ਕੋਆਪਰੇਟਿਵ ਸੁਸਾਇਟੀ ਦੀ ਮੈਨੇਜਮੈਂਟ ਆ, ਮਤਲਬ ਇਹਨੂੰ ਜਿਹੜੇ ਚਲਾਉਣ ਵਾਲੇ ਲੋਕ ਆ ਇਹਨਾਂ ਨੂੰ ਵੋਟਾਂ ਪਾ ਕੇ ਚੂਜ਼ ਕੀਤਾ ਜਾਂਦਾ। ਠੀਕ ਆ, ਮਤਲਬ ਲੋਕਤੰਤਰਿਕ ਤਰੀਕੇ ਨਾਲ ਚੁਣਿਆ ਜਾਂਦਾ ਤੇ ਉਹ ਪਰਸਨ ਇਲੈਕਟ ਕੀਤੇ ਜਾਂਦੇ ਆ, ਜਿਹੜੇ ਉਹ ਚੁਣੇ ਜਾਂਦੇ ਆ ਜਿਹੜੇ ਕਿ ਡੇਲੀ ਬੇਸਿਸ ਤੇ ਕੰਮ ਨੂੰ ਕੀ ਕਰਨਗੇ? ਕੰਟਰੋਲ ਕਰਨਗੇ ਤੇ ਚਲਾਉਣਗੇ। ਇਨ ਅ ਕੋਆਪਰੇਟਿਵ ਸੁਸਾਇਟੀ ਦਾ ਸਿਸਟਮ ਇਜ਼ ਬੇਸਡ ਔਨ 1 person 1 vote। ਹੁਣ ਇਹਦੇ ਵਿੱਚ ਜਿਹੜਾ ਸੁਸਾਇਟੀ ਦਾ ਮੈਂਬਰ ਆ, ਜੇ ਉਹ ਇੱਕ ਮੈਂਬਰ ਆ ਤਾਂ ਉਹਨੂੰ ਇੱਕ ਵੋਟ ਪਾਉਣ ਦਾ ਅਧਿਕਾਰ ਆ, ਇਰਰਿਸਪੈਕਟਿਵ ਆਫ ਨੰਬਰ ਆਫ ਸ਼ੇਅਰਸ ਹੈਲਡ ਬਾਈ ਦਾ ਮੈਂਬਰ। ਇਹ ਨਹੀਂ ਹੈਗਾ ਵੀ ਜੇ ਕਿਸੇ ਪਰਸਨ ਨੇ ਸੁਸਾਇਟੀ 'ਚ 10,000 ਰੁਪਇਆ ਇਨਵੈਸਟ ਕੀਤਾ, ਕਿਸੇ ਨੇ 5 ਇਨਵੈਸਟ ਕੀਤਾ, ਕਿਸੇ ਨੇ 1,000 ਕੀਤਾ, ਵੀ ਉਹਦੇ ਜਿੰਨੇ ਪੈਸੇ ਵੱਧ ਆ ਉਹਨੂੰ ਵੋਟਾਂ ਵੱਧ ਨਹੀਂ। ਪਰ ਇਹਦੇ ਨਾਲ ਕੀ ਆ? ਇੱਕ ਪਰਸਨ ਆ ਤਾਂ ਉਹਨੂੰ ਇੱਕ ਹੀ ਵੋਟ ਪਾਉਣ ਦਾ ਅਧਿਕਾਰ ਆ। The day-to-day work of the society is always conducted by the expert person, but the ultimate control lies in the hands of the members।
नो डाउट कहते जिन्ने भी मैंबर आ उन्होंने चो जिहड़ा सब तो वधिया एक्सपर्ट होगा वो डेली बेसिस पे काम चलाऊगा सोसाइटी का, बट जिहड़ा बाकी कंट्रोल आ वो सारे लोगों के हत्थ च हुंदा, मतलब सारे मैंबरस के हत्थ विच हुंदा। नैक्सट है अपने कोले पोलीटिकल एंड रिलीजीअस न्यूट्रलिटी। एवरी इंटरस्टिड परसन कैन बिकम अ मैंबर ऑफ द सोसाइटी इरिस्पैक्टिव ऑफ, हुण देखो कोई भी परसन आ सोसाइटी का मैंबर बन सकता, ये लिए उसकी कोई कास्ट, वह कोई कलर, वो कोई जात, ठीक है, कोई धर्म, कोई एजुकेशन, मेल आ जां फीमेल आ जां उहदा पोलीटिकल उहदा राजनीतिक मतलब स्टेटस किवें आ, ये कुछ मैटर नहीं करता। द मेन एम ऑफ दीज ऑर्गेनाइजेशनस इज़ टू प्रोटैक्ट द इंटरस्ट ऑफ द सोसाइटी। मेन एम इन्हां दा की आ कि जिहड़ी सोसाइटी के लोग आ उन्हां दे इंटरस्ट का नूं प्रोटैक्ट करना, मतलब उन्होंने हितों की रक्षा करनी। नो मैंबर इज़ गिवन एनी एडिशनल बेनीफिट ओवर द अदर मैंबर ऑन द बेसिस ऑफ हिज पोलीटिकल पोजीशन और रिलीजन। किसी भी परसन को धर्म के हिसाब नाल या कह दी वो पोलीटिकल स्टेटस के हिसाब नाल कोई ज़्यादा अहमियत या कोई बेनीफिट नहीं मिलता। नैक्सट है सर्विस मोटिव। द प्राइमरी ऑबजैक्टिव ऑफ द सोसाइटी इज़ सर्विस फर्स्ट एंड प्रॉफिट सैकेंड। मेन ये की आ भी असी जी सेवा वा वो पहले नंबर पर रखनी आ तो प्रॉफिट दूजे नंबर पर। दस द कोऑपरेटिव सोसाइटीज़ प्रोवाइड मैक्सीमम सर्विसिज टू देयर मैंबरस एट मिनीमम कॉस्ट। सो इस करके ही कोऑपरेटिव सोसाइटी के जो भी समान ये मैंबरस को मिलता वा, जिहड़े मैंबर ने सोसाइटी के वो घट तो घट खर्चे पर मिलता। ओनली अ स्मॉल अमाउंट ऑफ प्रॉफिट इज़ अर्नड बाय दी सोसाइटी टू कवर अप एडमिनिस्ट्रेटिव एक्सपेंसिव। जिहड़ियां सोसाइटीज़ होंदियां ने ज़्यादा प्रॉफिट नहीं अर्न करदियां, ठीक है, ये सिर्फ उन्ना की प्रॉफिट अर्न करदियां ने जिहदे नाल इन्हां दे जिहड़े एडमिनिस्ट्रेशन के खर्चे वो पूरे हो सकन। नैक्सट है लिमिटेड इंटरस्ट ऑन इन्वेस्टमेंट। इन्हां दा जिहड़ा ब्याज आ इन्वेस्टमेंट के उपर वो लिमिटेड मिलता। A limited rate of interest is paid to the members in reward for their contribution to the capital of the society। हुण सपोज कर लो किसी सोसाइटी के 10 मैंबर आ, उन्होंने आपदा पैसा विच इन्वेस्ट किया होया वा, ठीक है, तो उन्होंने जिहड़ा पैसा इन्वेस्ट होया उहदे उपर जिहड़ा उन्होंने ब्याज मिलूगा वो लिमिटेड आ। इन इंडिया द रेट ऑफ इंटरस्ट इज लिमिटेड टू 9%, तो उन्होंने 9% ब्याज मिलता आपदे इन्वेस्ट किए हुए पैसे के उपर। दिस इज़ एन इंसेंटिव गिवन टू द मैंबरस इन द फॉर्म ऑफ डिविडेंड फॉर कीपिंग मनी विद द सोसाइटी एज डिपॉजिट्स। सो ये एक तरह का इंसेंटिव आ जिहड़ा ये मैंबरस नूं सोसाइटी के मैंबरस नूं दिता जांदा वा। क्यों दिता जांदा? क्योंकि उन्होंने आपदा पैसा सोसाइटी दे विच जमा करके रखा होया वा। लास्ट देखो इहदा 6th पॉइंट, वन मैन वन वोट। In a cooperative society, the voting rights are based on one person one vote, irrespective of number of shares held by the members। हुण चाहे किसी ने वध इन्वेस्टमेंट की है, किसी ने घट की है, बट उन्होंने एक परसन को एक वोट पाने का अधिकार आ। इन अ कंपनी फॉर्म ऑफ ऑर्गेनाइजेशन द परसनस हैविंग लार्ज नंबर ऑफ शेयर्स इंजॉय द राइट टू कंट्रोल इट। हुण देखो जे आप नैक्सट चैप्टर वैसे इस तो अगला उही आ कोऑपरेटिव तो बाद कंपनी फॉर्म वाला, ਉਹਦੇ ਵਿੱਚ ਜਿਹੜੇ ਪਰਸਨ ਕੋਲ ਜ਼ਿਆਦਾ ਸ਼ੇਅਰ ਹੁੰਦੇ ਆ ਉਹਦੇ ਕੋਲ ਰਾਈਟ ਹੁੰਦਾ ਕੰਪਨੀ ਨੂੰ ਕੰਟਰੋਲ ਕਰਨ ਦਾ। ਬਟ ਇਨ ਕੋਆਪਰੇਟਿਵ ਸੁਸਾਇਟੀ ਨੋਬਡੀ ਇੰਜੋਇਜ਼ ਦਾ ਸਪੈਸ਼ਲ ਰਾਈਟ ਟੂ ਕੰਟਰੋਲ ਦਾ ਸੁਸਾਇਟੀ ਔਨ ਦਾ ਸਟਰੈਂਥ ਆਫ ਹਿਜ਼ ਵੈਲਥ। ਮਤਲਬ ਧਨ ਦੇ ਹਿਸਾਬ ਨਾਲ ਕੋਈ ਵੀ ਪਰਸਨ ਇਕੱਲਾ ਸੁਸਾਇਟੀ ਨੂੰ ਨਹੀਂ ਕੰਟਰੋਲ ਕਰ ਸਕਦਾ, ਠੀਕ ਆ। ਜਦ ਕਿ ਜਿਹੜੀ ਕੰਪਨੀ ਆ ਉਹਦੇ ਵਿੱਚ ਜੇ ਕਿਸੇ ਪਰਸਨ ਦੇ ਵੱਧ ਸ਼ੇਅਰ ਆ ਤਾਂ ਉਹੀ ਕੰਟਰੋਲ ਕਰੂਗਾ ਕੰਪਨੀ ਨੂੰ, ਬਟ ਇਹਦੇ ਵਿੱਚ ਸਾਰੇ ਮੈਂਬਰ ਇਕੱਠੇ ਹੋ ਕੇ ਕੰਟਰੋਲ ਕਰਦੇ ਆ, ਠੀਕ ਆ। ਅੱਜ ਲਈ ਇੰਨਾ ਹੀ ਆ। ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜੇ ਪੁਆਇੰਟ ਬਾਕੀ ਪੈਂਡਿੰਗ ਨੇ ਆਪਾਂ ਉਹ ਡਿਸਕਸ ਕਰਦੇ ਹਾਂ।